फ्रेंड्स वेलकम टू माय यूट्यूब चैनल। ਅੱਜ ਅਸੀਂ ਪੰਜਾਬ ਮਾਸਟਰ ਕੈਡਰ 2017 ਜੋ 3582 ਵੈਕੈਂਸੀਜ਼ ਦੇ ਨਾਲ ਆਇਆ ਸੀ ਉਹਦਾ ਬਾਅਦ ਮੈਥਸ ਦਾ ਪੇਪਰ ਉਹਨੂੰ ਸੋਲਵ ਕਰਾਂਗੇ। ਕੁਝ ਕੁਐਸਚਨਸ ਨੂੰ ਇਸ ਵੀਡੀਓ ਦੇ ਵਿੱਚ ਕਵਰ ਕਰਾਂਗੇ, ਉਹਨਾਂ ਦੇ ਸੋਲਿਊਸ਼ਨ ਤੁਹਾਨੂੰ ਦੱਸਾਂਗੇ ਕਿਵੇਂ ਉਹਨਾਂ ਨੂੰ ਸਟੈਪ ਬਾय ਸਟੈਪ ਆਪਾਂ ਸੋਲਵ ਕਰ ਸਕਦੇ ਹਾਂ ਤੇ ਕਿਹੜੇ ਉਹਨਾਂ ਨਾਲ ਆਪਾਂ ਕਨਸੈਪਟ ਜਿਹੜੇ ਆ ਯਾਦ ਰੱਖਣੇ ਆ ਤੇ ਕਿਹੜੇ ਕਨਸੈਪਟ ਅਪਲਾਈ ਕਰਕੇ ਉਹਨਾਂ ਨੂੰ ਸੋਲਵ ਕਰਨਾ ਆ। ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਜੋ ਫਰੈਂਡਸ ਇਸ ਚੈਨਲ ਤੇ ਨਵੇਂ ਨੇ ਮੈਂ ਉਹਨਾਂ ਨੂੰ ਕਹਾਂਗਾ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਬੈਲ ਆਈਕਨ ਨੂੰ ਦਬਾਓ ਤਾਂ ਕਿ ਆਉਣ ਵਾਲੇ ਸਮੇਂ 'ਚ ਇਹਦੇ ਰਿਲੇਟਡ ਹਰ ਇੱਕ ਜੋ ਲੈਕਚਰ ਹੈ ਉਹ ਤੁਹਾਡੇ ਤੱਕ ਪਹੁੰਚ ਸਕੇ। ਸਟਾਰਟ ਕਰਦੇ ਆਪਾਂ ਫਸਟ ਆਪਣੇ ਕੁਐਸਚਨ ਦੇ ਨਾਲ। ਇਫ A and B are two matrices such that AB is equal to B and B is equal to A, then A square is equal to ਸਾਡੇ ਸਾਹਮਣੇ ਚਾਰ ਆਪਸ਼ਨਸ ਨੇ। ਦੇਖੋ ਸਾਡੇ ਕੋਲ AB ਦਾ ਪ੍ਰੋਡਕਟ B ਦੇ ਇਕੁਅਲ ਹੈ, B ਦਾ ਪ੍ਰੋਡਕਟ A ਦੇ ਇਕੁਅਲ ਹੈ, ਦੈਨ ਆਪਾਂ A ਸਕੇਅਰ ਜਿਹੜਾ ਹੈ ਉਹ ਫਾਈਂਡ ਕਰਨਾ ਕਿ A ਸਕੇਅਰ ਕਿਹਦੇ ਇਕੁਅਲ ਆਏਗਾ। ਇਹ ਚਾਰ ਆਪਸ਼ਨ ਤੋਂ ਸਟਾਰਟ ਕਰਦੇ ਆਪਾਂ A ਸਕੇਅਰ ਤੋਂ ਹੀ। ਦੇਖੋ ਜੇ ਆਪਾਂ A ਸਕੇਅਰ ਹੈ ਮੈਟ੍ਰਿਕਸ ਆ ਉਹਨੂੰ ਆਪਾਂ ਇਵੇਂ ਲਿਖ ਸਕਦੇ ਹਾਂ A into A, ਠੀਕ ਹੈ। ਦੈਨ ਜੋ ਸਾਨੂੰ ਵੈਲਿਊਜ਼ ਗਿਵਨ ਨੇ ਆਪਾਂ ਉਹਨਾਂ ਦਾ ਹੀ ਯੂਜ਼ ਕਰਾਂਗੇ। ਇੱਥੇ ਸਾਡੇ ਕੋਲ ਇੱਥੇ A ਦੀ ਵੈਲਿਊ ਕੀ ਗਿਵਨ ਹੈਗੀ ਆ BA। ਹੁਣ ਇਹਨਾਂ ਦੋਨਾਂ ਦੇ ਕਿਸੇ ਇੱਕ A ਦੇ ਵਿੱਚ ਆਪਾਂ ਇਸ BA ਦੀ ਜਿਹੜੀ ਵੈਲਿਊ ਆ ਉਹਨੂੰ ਸਬਸਟੀਟਿਊਟ ਕਰ ਦਿੰਦੇ ਹਾਂ, ਠੀਕ ਹੈ। ਜਿਵੇਂ ਇੱਥੇ ਵੈਲਿਊ ਇਸ A ਦੀ ਜਗ੍ਹਾ 'ਤੇ BA ਵੈਲਿਊ ਸਬਸਟੀਟਿਊਟ ਕਰਦੇ ਹਾਂ। ਮੇਰਾ ਆਨਸਰ ਕੀ ਆਏਗਾ ਦੇਖੋ ਇੱਥੇ ਇਕੁਅਲ ਟੂ A into BA। ਹੁਣ ਦੇਖੋ ਇੱਥੇ ਇੱਕ ਮੈਂ ਹੋਰ ਰਿਜ਼ਲਟ ਯੂਜ਼ ਕਰ ਸਕਦਾ ਜੋ ਗਿਵਨ ਹੈਗਾ ਆ ਦੈਟ ਇਜ਼ AB ਦੀ ਵੈਲਿਊ ਮੈਨੂੰ ਗਿਵਨ ਹੈਗੀ ਕਿਉਂਕਿ ਮੈਂ ਇੱਥੇ BA ਦੀ ਜਗ੍ਹਾ 'ਤੇ BA ਵੈਲਿਊ ਪੁੱਟ ਕੀਤੀ, ਦੈਨ ਮੈਨੂੰ ਗਿਵਨ ਹੈਗੀ ਆ ਇੱਥੇ AB ਦੀ ਵੈਲਿਊ। ਮੈਂ ਇੱਥੇ AB ਦੀ ਵੈਲਿਊ ਪੁੱਟ ਕਰ ਸਕਦਾ ਇੱਥੇ B ਅਤੇ ਮੇਰੇ ਕੋਲ ਇੱਥੇ AB ਜਗ੍ਹਾ 'ਤੇ ਜੇ ਮੈਂ B ਵੈਲਿਊ ਸਬਸਟੀਟਿਊਟ ਕਰ ਦਿੰਦਾ ਤਾਂ ਮੇਰੇ ਕੋਲ ਇੱਥੇ ਕੀ ਆ ਜਾਏਗਾ B into A ਮੈਟ੍ਰਿਕਸ ਆ ਗਈ। ਅਤੇ ਨੈਕਸਟ BA ਮੈਟ੍ਰਿਕਸ ਦੀ ਵੈਲਿਊ ਮੈਨੂੰ ਆਲਰੇਡੀ ਗਿਵਨ ਹੈਗੀ ਆ ਉਹ ਕਿਹਦੇ ਇਕੁਅਲ ਹੈਗੀ ਮੇਰੇ ਕੋਲ A ਦੇ, ਅਤੇ ਇੰਪਲਾਈਜ਼ ਮੇਰੇ ਕੋਲ A ਸਕੇਅਰ ਜਿਹੜੀ ਵੈਲਿਊ ਕਿਹਦੇ ਕੋਲ ਆ ਗਈ A ਦੀ, ਠੀਕ ਹੈ। ਇਸ ਤਰੀਕੇ ਨਾਲ ਆਪਾਂ ਇਹਨੂੰ ਸੋਲਵ ਕਰਾਂਗੇ। ਤੁਹਾਡਾ ਫਿਰ ਕਰੈਕਟ ਆਪਸ਼ਨ ਜਿਹੜੀ ਆ ਆਂਸਰ ਦੀ ਕੀ ਹੋਏਗੀ ਦੈਟ ਇਜ਼ C ਆਪਸ਼ਨ A, ਠੀਕ ਹੈ। ਨੈਕਸਟ ਕੁਐਸਚਨ ਸੋਲਵ ਕਰਦੇ ਹਾਂ। ਨੈਕਸਟ ਕੁਐਸਚਨ ਦੀ ਮੈਟ੍ਰਿਕਸ A ਇਜ਼ ਇਕੁਅਲ ਟੂ A ਸਾਨੂੰ ਮੈਟ੍ਰਿਕਸ ਦਿੱਤੀ ਹੋਈ ਆ, ਇਹਦੇ ਐਲੀਮੈਂਟ ਨੇ ਆਇਓਟਾ 1 - 2 ਆਇਓਟਾ -1 - 2 ਆਇਓਟਾ 0। ਇਹ ਮੈਟ੍ਰਿਕਸ ਕੀ ਆ ਇਜ਼ ਸਮਿਟ੍ਰਿਕ, ਸਕਿਊ ਸਮਿਟ੍ਰਿਕ, ਹਾਰਮੀਸ਼ਨ ਜਾਂ ਫਿਰ ਸਕਿਊ ਹਾਰਮੀਸ਼ਨ ਮੈਟ੍ਰਿਕਸ। ਹੁਣ ਦੇਖੋ ਜੇ ਆਪਾਂ ਇੱਥੇ ਪਹਿਲੀ ਗੱਲ ਤਾਂ ਦੇਖਣਾ ਕਿਹੜੀ ਸਾਡੇ ਕੋਲ ਇਹ ਮੈਟ੍ਰਿਕਸ ਦਿੱਤੀ ਹੋਈ ਆ। ਸਭ ਤੋਂ ਪਹਿਲਾਂ ਜੇ ਆਪਸ਼ਨ ਦਿੱਤੀਆਂ ਨੇ ਜੇ ਦੇਖੀਏ ਕਿਹੜੀ ਮੈਟ੍ਰਿਕਸ ਮੈਚ ਨਹੀਂ ਕਰਦੀ ਪਈ। ਸਮਿਟ੍ਰਿਕ ਕਦੋਂ ਹੋਏਗੀ ਜਦੋਂ ਇਹਦਾ ਟਰਾਂਸਪੋਜ਼ A ਦਾ ਟਰਾਂਸਪੋਜ਼ A ਦੇ ਇਕੁਅਲ ਹੀ ਆ ਜਾਏਗਾ। ਜੇ ਮੈਂ A ਦਾ ਟਰਾਂਸਪੋਜ਼ ਕਰਦਾ ਹਾਂ ਤਾਂ ਮੇਰੇ ਕੋਲ A ਦੇ ਇਕੁਅਲ ਨਹੀਂ ਆਏਗਾ ਕਿਉਂਕਿ ਜੋ ਟਰਾਂਸਪੋਜ਼ ਕਰਾਂਗਾ ਇੱਥੇ ਐਲੀਮੈਂਟ ਆ ਜਾਏਗਾ 1 - 2 ਆਇਓਟਾ ਜੋ ਕਿ ਚੇਂਜ ਹੋ ਜਾਏਗਾ। ਸਕਿਊ ਸਮਿਟ੍ਰਿਕ ਚੈੱਕ ਕਰਾਂ ਸਕਿਊ ਸਮਿਟ੍ਰਿਕ ਹੈ ਕਿ ਨਹੀਂ। ਜੇ ਮੈਂ ਇੱਥੇ ਟਰਾਂਸਪੋਜ਼ ਕਰਾਂਗਾ ਮਾਈਨਸ ਆਫ A ਦੇ ਇਕੁਅਲ ਆਏਗਾ, ਬਟ ਮੈਂ A ਦਾ ਜੇ ਟਰਾਂਸਪੋਜ਼ ਕਰਦਾ ਦੇਖੋ ਇੱਥੇ ਜੇ ਸਪੋਜ਼ ਮੈਂ A ਦਾ ਟਰਾਂਸਪੋਜ਼ ਕਰਦਾ ਹਾਂ ਉਹ ਕੀ ਆ ਜਾਏਗਾ ਆਇਓਟਾ 1 - 2 ਆਇਓਟਾ -1 - 2 ਆਇਓਟਾ 0। ਦੇਖੋ ਇਹਦਾ ਟਰਾਂਸਪੋਜ਼ ਕੀਤਾ ਮਾਈਨਸ ਆਫ A ਦੇ ਇਕੁਅਲ ਨਹੀਂ ਹੈ ਕਿਉਂਕਿ ਪਹਿਲੀ ਜਿਹੜੀ ਵੈਲਿਊ ਆ ਉਹ ਤਾਂ ਆਇਓਟਾ ਦੀ ਆਇਓਟਾ ਵੈਲਿਊ ਹੀ ਰਹੀ, ਅਤੇ ਇੱਥੇ ਜਿਹੜੀ ਮੇਰੀ ਵੈਲਿਊ ਮੇਰੇ ਕੋਲ ਆ ਉਹ ਨੈਗੇਟਿਵ ਨਹੀਂ ਆਈ ਕਿਉਂਕਿ ਨੈਗੇਟਿਵ ਸਾਈਨ 'ਚ ਹੋਣਾ ਚਾਹੀਦਾ ਸੀ -1 + 2 ਆਇਓਟਾ, ਬਟ ਇੱਥੇ ਦੋਨਾਂ ਦਾ ਸਾਈਨ ਨੈਗੇਟਿਵ ਆ। ਇਟ ਮੀਨਸ ਇੱਥੇ A ਦਾ ਟਰਾਂਸਪੋਜ਼ ਮਾਈਨਸ ਆਫ A ਦੇ ਇਕੁਅਲ ਵੀ ਨਹੀਂ ਹੈਗਾ। ਇਟ ਮੀਨਸ ਨਾ ਹੀ ਸਮਿਟ੍ਰਿਕ ਹੈ ਅਤੇ ਨਾ ਹੀ ਕੀ ਇਹ ਸਕਿਊ ਸਮਿਟ੍ਰਿਕ ਮੈਟ੍ਰਿਕਸ ਹੈ, ਠੀਕ ਹੈ। ਪਹਿਲੀ ਗੱਲ ਜੋ ਸਾਡੇ ਕੋਲ ਨੈਕਸਟ ਮੈਟ੍ਰਿਕਸ ਦੋ ਬਚ ਗਈਆਂ ਉਹ ਆਪਾਂ ਦੇਖਦੇ ਹਾਂ। ਉਹ ਦੇਖੋ ਹਾਰਮੀਸ਼ਨ ਅਤੇ ਸਕਿਊ ਹਾਰਮੀਸ਼ਨ ਮੈਟ੍ਰਿਕਸ ਇਹ ਹੈ ਕਿ ਨਹੀਂ। ਇਸ ਤੋਂ ਪਹਿਲਾਂ ਸਾਨੂੰ ਡੈਫੀਨੇਸ਼ਨ ਜਿਹੜੀ ਇਹਦੀ ਕਲੀਅਰ ਹੋਣੀ ਚਾਹੀਦੀ ਆ। ਹਾਰਮੀਸ਼ਨ ਮੈਟ੍ਰਿਕਸ ਜਿਹੜੀ ਉਹ ਕਦੋਂ ਹੁੰਦੀ ਆ ਜਦੋਂ ਕਿਸੇ ਮੈਟ੍ਰਿਕਸ ਦੇ ਕੰਜੂਗੇਟ ਦਾ ਟਰਾਂਸਪੋਜ਼ ਕਿਹਦੇ ਕੋਲ ਆ ਜਾਏ ਉਸੇ ਮੈਟ੍ਰਿਕਸ ਦੇ ਇਕੁਅਲ ਆ ਜਾਏ, ਠੀਕ ਹੈ। ਆਪਾਂ ਕਿਸੇ ਮੈਟ੍ਰਿਕਸ ਦਾ ਕੰਜੂਗੇਟ ਕਰਕੇ ਉਹਦਾ ਟਰਾਂਸਪੋਜ਼ ਕਰਦੇ ਹਾਂ ਜੇ ਉਸੇ ਮੈਟ੍ਰਿਕਸ ਦੇ ਇਕੁਅਲ ਆ ਜਾਏ ਇਟ ਮੀਨਸ ਉਹ ਕੀ ਆ ਹਾਰਮੀਸ਼ਨ ਮੈਟ੍ਰਿਕਸ ਹੈਗੀ ਆ। ਤਾਂ ਜੇ ਕਿਸੇ ਮੈਟ੍ਰਿਕਸ ਦਾ ਕੰਜੂਗੇਟ ਦਾ ਟਰਾਂਸਪੋਜ਼ ਮਾਈਨਸ ਆਫ A ਦੇ ਇਕੁਅਲ ਆ ਜਾਏ ਇਟ ਮੀਨਸ ਉਹ ਮੈਟ੍ਰਿਕਸ ਕਿਹੜੀ ਹੋਏਗੀ ਫਿਰ ਸਾਡੇ ਕੋਲ ਸਕਿਊ ਹਾਰਮੀਸ਼ਨ ਮੈਟ੍ਰਿਕਸ ਹੋਏਗੀ, ਠੀਕ ਹੈ। ਡਾਇਰੈਕਟ ਆਪਾਂ ਦੇਖਿਆ ਸਮਿਟ੍ਰਿਕ ਸਕਿਊ ਸਮਿਟ੍ਰਿਕ ਨਹੀਂ ਹੈਗੀ। ਆਪਾਂ ਫਿਰ ਕੀ ਕਰਦੇ ਹਾਂ ਕੰਜੂਗੇਟ ਦਾ ਟਰਾਂਸਪੋਜ਼ ਫਾਈਂਡ ਕਰਦੇ ਹਾਂ। ਇੱਥੇ ਆਪਾਂ ਟਰਾਂਸਪੋਜ਼ ਕਰਕੇ ਵੀ ਕੰਜੂਗੇਟ ਕਰ ਸਕਦੇ ਹਾਂ ਜਾਂ ਕੰਜੂਗੇਟ ਕਰਕੇ ਟਰਾਂਸਪੋਜ਼ ਵੀ ਕਰ ਸਕਦੇ ਹਾਂ। ਦੋਨੋਂ ਆਪਾਂ ਜਿਹੜੇ ਮੈਥਡ ਆ ਉਹ ਯੂਜ਼ ਕਰ ਸਕਦੇ ਹਾਂ, ਵੈਲਿਊ ਸਾਡੀ ਸੇਮ ਆਏਗੀ, ਠੀਕ ਹੈ। ਆਪਾਂ ਦੇਖਦੇ ਕਿ ਸਾਡਾ ਆਨਸਰ ਕਿਹਦੇ ਇਕੁਅਲ ਆਉਂਦਾ ਹੁੰਦਾ ਉਹਨਾਂ ਦੇ। ਇੱਥੇ ਯੂਜ਼ ਕਰਦੇ ਆਪਾਂ ਹੁਣ ਇੱਥੇ ਪਹਿਲਾਂ A ਮੈਟ੍ਰਿਕਸ ਜਿਹੜੀ ਉਹਦਾ ਕੰਜੂਗੇਟ ਕਰਦੇ ਹਾਂ। ਆਇਓਟਾ ਦਾ ਕੀ ਆ ਜਾਏਗਾ ਇੱਥੇ ਮਾਈਨਸ ਆਇਓਟਾ, ਇੱਥੇ ਆਏਗਾ ਕੰਜੂਗੇਟ ਕਰਕੇ 1 + 2 ਆਇਓਟਾ -1 + 2 ਆਇਓਟਾ 0 ਦਾ ਕੀ ਆ ਜਾਏਗਾ ਸਾਡੇ ਕੋਲ ਇੱਥੇ 0। ਹੁਣ ਆਪਾਂ ਕਰਦੇ ਇਹਦਾ ਟਰਾਂਸਪੋਜ਼ ਕੀਤਾ ਮਾਈਨਸ ਆਇਓਟਾ ਆ ਗਿਆ 1 + 2 ਆਇਓਟਾ -1 + 2 ਆਇਓਟਾ ਅਤੇ 0। ਅਤੇ ਮੈਚ ਕਰੋ ਸਾਡੇ ਕੋਲ ਕਿ ਕੰਜੂਗੇਟ ਦਾ ਟਰਾਂਸਪੋਜ਼ ਸਾਡੇ ਕੋਲ ਜਿਹੜੀ A ਮੈਟ੍ਰਿਕਸ ਹੈ ਉਹਦੇ ਇਕੁਅਲ ਹੀ ਹੈ ਨਹੀਂ। ਇੱਥੇ ਕੀ ਸਾਡੇ ਕੋਲ ਆਇਓਟਾ ਸੀ ਇੱਥੇ ਕੀ ਆ ਰਿਹਾ ਮਾਈਨਸ ਆਇਓਟਾ। ਇਟ ਮੀਨ ਫਿਰ ਕੀ ਹਾਰਮੀਸ਼ਨ ਮੈਟ੍ਰਿਕਸ ਵੀ ਨਹੀਂ ਹੈਗੀ। ਇਹਦਾ ਜਿਹੜਾ ਸਾਡੇ ਕੋਲ
ਕੰਜੂਗੇਟ ਦਾ ਟਰਾਂਸਪੋਜ਼ ਮਾਈਨਸ ਕਾਮਨ ਕੱਟ ਲੈਣੇ ਆਪਾਂ ਇੱਥੇ, ਇਹ ਕੀ ਆ ਜਾਏਗਾ ਏਓਟਾ, ਇਹ ਆ ਗਿਆ 1 - 2 ਏਓਟਾ -1 - 2 ਏਓਟਾ ਅਤੇ 0। ਇਹ ਸਾਡੇ ਕੋਲ ਕੀ ਬਣ ਗਈ ਹੁਣ ਆ ਪੂਰੀ ਏ ਮੈਟ੍ਰਿਕਸ ਬਣ ਗਈ। ਇਟ ਮੀਨਸ ਕੰਜੂਗੇਟ ਦਾ ਟਰਾਂਸਪੋਜ਼ ਸਾਡੇ ਕੋਲ ਕਿਹਦੇ ਕੋਲ ਆ ਗਿਆ ਮਾਈਨਸ ਆਫ ਏ ਦੇ। ਇਟ ਮੀਨਸ ਇਹ ਸਾਡੇ ਕੋਲ ਜਿਹੜੀ ਮੈਟ੍ਰਿਕਸ ਹੈ ਉਹ ਕੀ ਹੈਗੀ ਆ ਸਕਿਊ ਹਾਰਮੇਸ਼ਨ ਮੈਟ੍ਰਿਕਸ। ਅਗਰ ਤੁਹਾਨੂੰ ਡੈਫੀਨੇਸ਼ਨਸ ਕਲੀਅਰ ਨੇ ਹਾਰਮੇਸ਼ਨ ਸਕਿਊ ਹਾਰਮੇਸ਼ਨ ਤੇ ਆਪਾਂ ਇਹਦਾ ਜਿਹੜਾ ਆਂਸਰ ਹੈ ਉਹ ਬਹੁਤ ਜਲਦੀ ਫਾਈਂਡ ਕਰ ਸਕਦੇ ਹਾਂ। ਠੀਕ ਹੈ, ਨੈਕਸਟ ਕੁਐਸਚਨ ਮੂਵ ਕਰਦੇ ਹਾਂ। ਸਮ ਦੇਖਦੇ ਜੀ, ਇਫ 1/3 and -1/2 are the eigenvalues of a non-singular matrix A and A determinant is equal to 4, then eigenvalues of adjoint of A are। ਹੁਣ ਦੇਖੋ ਸਾਡੇ ਕੋਲ ਇੱਥੇ A ਜਿਹੜੀ ਸਾਡੇ ਕੋਲ ਮੈਟ੍ਰਿਕਸ ਆ ਉਹਦੀਆਂ ਆਈਗਨ ਵੈਲਿਊਜ਼ ਗਿਵਨ ਨੇ, ਆਪਾਂ ਐਡਜੋਇੰਟ ਆਫ A ਦੀਆਂ ਆਈਗਨ ਵੈਲਿਊ ਜਿਹੜੀਆਂ ਨੇ ਉਹ ਫਾਈਂਡ ਕਰਨੀਆਂ ਨੇ। ਠੀਕ ਹੈ, ਬਹੁਤ ਇੰਪੋਰਟੈਂਟ ਕੁਐਸਚਨ ਹੈ, ਕਾਫੀ ਵਾਰ ਰਿਪੀਟ ਕੁਐਸਚਨ ਹੁੰਦਾ ਹੈ ਅਤੇ ਇਹਦੇ ਵਾਸਤੇ ਇੱਕ ਰਿਜ਼ਲਟ ਜਿਹੜਾ ਹੈ ਤੁਸੀਂ ਯਾਦ ਰੱਖਣਾ। ਉਹ ਰਿਜ਼ਲਟ ਕੀ ਹੈਗਾ ਕਿ ਆਈਗਨ ਵੈਲਿਊ ऑफ एडजॉइंट ऑफ ए, ये होंदा साडे कोल ए डिटरमिनेंट अपॉन एल्फा, एल्फा की होंदा आ आर आइगन वैल्यू ऑफ ए। ठीक है, एक रिजल्ट के नाल आपां एडजॉइंट ऑफ ए दी आइगन वैल्यू जिहड़ियां ने फाइंड कर सकते जे सानू ए दी आइगन वैल्यू गिवन तो ए डिटरमिनेंट गिवन हैगा है। ठीक है, हुण आपां सॉल्व करके देखते हैं। देखियो आइगन वैल्यू ऑफ एडजॉइंट ऑफ ए, सब तो पहला जे आपां अल्फा की वैल्यू 1/3 लेने, आइगन वैल्यू लेने आप ए की 1/3, ए डिटरमिनेंट इक्वल टू 4 हैगा, वैल्यू पुट करिए थे 4 अपॉन फर्स्ट आइगन वैल्यू ऑफ ए दैट इज़ 1/3, सॉल्व करांगे 3 पर मल्टीप्लाई हो जाएगा जाके तो ये आंसर क्या आ गया 12। फर्स्ट साढ़े को आइगन वैल्यू क्या आ गई एडजॉइंट ऑफ ए दी 12। ठीक है, सैकेंड आइगन वैल्यू फाइंड करते हैं, आइगन वैल्यू ऑफ एडजॉइंट ऑफ ए डिटरमिनेंट की वैल्यू 4। हुण सैकेंड आइगन वैल्यू साढ़े कोल की हैगी आ ए दी -1/2, इतने -1/2 पुट किया, 2 पर जाके हो गया मल्टीप्लाई, माइनस साइन ऊपर आ जाएगा, -4 × 2 इज इक्वल टू -8। ठीक है, बस एक रिजल्ट के नाल बहुत ईजिली आप जी आइगन वैल्यू एडजॉइंट ए दियां फाइंड कर सकते। साढ़े को आ गई 12 तो -8, साड़ी करैक्ट ऑप्शन की होगी इतने सी। ठीक है, नैक्सट सम वाल मूव करते हैं। नेक्स्ट है सम जी, इफ ए इज़ आ स्क्वेयर मैट्रिक्स दैन ए माइनस ए ट्रांसपोज इज़ आ यूनिट मैट्रिक्स, जीरो मैट्रिक्स, मैट्रिक्स स्क्यू सिमेट्रिक। जे आप देखिए ए माइनस ए ट्रांसपोज इतने डेसिमल ट्रांसपोज है। ठीक है, यूनिट मैट्रिक्स का कोई भी इदा का रिलेशन साढ़े मैट्रिक्स नहीं आता कि किसी मैट्रिक्स को ट्रांसपोज तो माइनस करो साढ़े यूनिट मैट्रिक्स आएगी, ना ही कोई जीरो मैट्रिक्स आप कह सकते हैं कि हर एक मैट्रिक्स को ट्रांसपोज तो माइनस करिए तो जीरो मैट्रिक्स बनेगा। ठीक है, ये दो ऑप्शन तो जड़ियाँ ने वो तो सानू पता कि नहीं आ सकती। हम जां तो सिमेट्रिक होएगा या फिर स्क्यू सिमेट्रिक होएगा। तो सिमेट्रिक कोई मैट्रिक्स कदों होंदी है जी, मतलब साढ़े कोई भी ए मैट्रिक्स आ वो सिमेट्रिक कदों होएगी जो उसका ट्रांसपोज की आएगा उस मैट्रिक्स के इक्वल आ जाएगा ए दे, तो स्क्यू सिमेट्रिक कदों होएगी जो उसका ट्रांसपोज आ जाएगा माइनस ऑफ ए दे। ठीक है, ये साढ़े को दो रिजल्ट होंगे आ सिमेट्रिक स्क्यू सिमेट्रिक दे। दैन ये देखना कि ए माइनस ए ट्रांसपोज कि मैट्रिक्स हैगी सिमेट्रिक या स्क्यू सिमेट्रिक, तो आप कि ट्रांसपोज कर दें ए माइनस ए ट्रांसपोज जी मैट्रिक्स आ यदा ट्रांसपोज कर दें। या ट्रांसपोज क्या आएगा यदा ट्रांसपोज माइनस ए ट्रांसपोज का ट्रांसपोज, ये आ गया साढ़े को ए ट्रांसपोज माइनस ऑफ ए। तो ये जो आप माइनस कॉमन कट दी तो ये क्या आ गया ए माइनस ए ट्रांसपोज, मीन साढ़े को इतने ए माइनस ए ट्रांसपोज मैट्रिक्स जो ट्रांसपोज कि आ गया माइनस ऑफ ए माइनस ए ट्रांसपोज। इतने साढ़े को ये वाला रिलेशन जोड़ा है सैटिस्फाई होया, मैट्रिक्स का ट्रांसपोज माइनस ऑफ मैट्रिक्स के इक्वल आ गया। इट मीनस ये साढ़े को की होएगी फिर स्क्यू सिमेट्रिक मैट्रिक्स होएगी, ये करैक्ट ऑप्शन की होएगी डी। तो वैसे भी एक मैट्रिक्स रिजल्ट साढ़े को होंदा है कि जो ए माइनस ए ट्रांसपोज होए उन्होंने आप स्क्यू सिमेट्रिक मैट्रिक्स कहने हैं, जो ए प्लस ए ट्रांसपोज होए तो सिमेट्रिक मैट्रिक्स कहने हैं, क्योंकि सानू उत्थे मैट्रिक्स दी होंगी कई बार ए तो उन्होंने कहते हैं कि सिमेट्रिक मैट्रिक्स बनाओ जो तो आप ए दे ट्रांसपोज प्लस कर दिए सिमेट्रिक मैट्रिक्स बन जाती है, ट्रांसपोज माइनस कर दिए तो हमेशा की होंगी है स्क्यू सिमेट्रिक मैट्रिक्स बन जाती है। ये दो रिजल्ट जोड़े याद भी रख सकते हो। ठीक है, नैक्सट हम सॉल्व करते हैं। नेक्स्ट क्वेश्चन क्या है जी, दी वैल्यू ऑफ डिटरमिनेंट इज़, इस डिटरमिनेंट की वैल्यू की होएगी 1 0 -1 या फिर ABC। ये तो आप डिटरमिनेंट सॉल्व करके देखेंगे। डिटरमिनेंट सॉल्व करना देखो पहली गल तो जो प्रॉपर्टीज़ वाले सम सानू कोई एग्जाम में आता है तो बहुत लेंथी सम नहीं होएगा,
बहुत शॉर्ट ਵਿੱਚ ਸਮ ਜਿਹੜਾ ਆ ਉਹਦਾ ਆਨਸਰ ਸਾਡੇ ਕੋਲ ਆ ਜਾਏਗਾ। ਬਸ ਥੋੜਾ ਜਿਹਾ ਆਪਾਂ ਦੇਖਣਾ ਕਿ ਇਹਨੂੰ ਸੋਲਵ ਕਿਸ ਤਰੀਕੇ ਨਾਲ ਕੀਤਾ ਜਾਏ। ਠੀਕ ਹੈ, ਦੇਖੋ ਇੱਥੇ ਸਾਡੇ ਕੋਲ ਵੈਲਿਊ 1.a ਆ ਰਹੀ ਹੈ, ਇੱਥੇ a ਸਕੁਅਰ, ਇੱਥੇ bc ਆ ਰਿਹਾ, bc ਆ ਰਿਹਾ ਬਟ a ਇੱਥੇ ਨਾਲ ਨਹੀਂ ਹੈਗਾ। ਇੱਥੇ ਜੇ 1.b ਆ ਰਿਹਾ b ਸਕੁਅਰ ਅਤੇ ਇੱਥੇ c ਆ ਰਿਹਾ b ਨਹੀਂ ਹੈਗਾ। ਇੱਥੇ 1.c c ਸਕੁਅਰ ਆ, ਇੱਥੇ ab ਆ ਰਿਹਾ c ਨਹੀਂ ਹੈਗਾ। ਜੇ ਮੈਂ ਫਸਟ ਰੋ ਨੂੰ a ਨਾਲ ਮਲਟੀਪਲਾਈ ਕਰਦਾ, ਇੱਥੇ abc ਬਣ ਜਾਏਗਾ, ਇੱਥੇ a ਨਾਲ ਕੈਂਸਲ ਹੋ ਜਾਏਗਾ, 1 ਆ ਜਾਏਗਾ। ਸੈਕਿੰਡ ਰੋ ਨੂੰ b ਨਾਲ ਮਲਟੀਪਲਾਈ ਕਰ ਰਹੇ, ਇੱਥੇ ਵੀ abc ਆ ਜਾਏਗਾ। ਥਰਡ ਰੋ ਨੂੰ ਵੀ c ਨਾਲ ਮਲਟੀਪਲਾਈ ਕਰਦੇ, ਇੱਥੇ ਸਾਡੇ ਕੋਲ abc ਆ ਜਾਏਗਾ। ਜਦੋਂ ਪ੍ਰੋਪਰਟੀਜ਼ ਵਾਲੇ ਸਮ ਸੋਲਵ ਕਰਦੇ ਹਾਂ ਤਾਂ ਉੱਥੇ ਆਪਾਂ ਇਹ ਦੇਖਦੇ ਹੁੰਦੇ ਕਿ ਜਾਂ ਰੋਜ਼ ਨੂੰ ਐਡ ਜਾਂ ਕਾਲਮ ਐਡ ਕੀਤਾ ਜਾਏ, ਇੱਕ ਰੋ ਸੇਮ ਜਾਂ ਕਾਲਮ ਸੇਮ ਬਣੇ, ਜਾਂ ਫਿਰ ਕੁਛ ਇੱਦਾਂ ਟਰਮ ਨਾਲ ਕੋਈ ਮਲਟੀਪਲਾਈ ਕੀਤਾ ਜਾਏ ਤਾਂ ਕਿ ਇੱਕ ਰੋ ਜਾਂ ਕਾਲਮ ਸੇਮ ਬਣ ਜਾਏ ਅਤੇ ਉਹਨੂੰ ਬਾਰ ਆਪਾਂ ਕਾਮਨ ਕੱਢ ਲਿਆ ਜਾਏ, ਅਤੇ ਫਿਰ ਈਜ਼ੀਲੀ ਜਿਹੜਾ ਹੈ ਉਹ ਡਿਟਰਮੀਨੈਂਟ ਸੋਲਵ ਹੋ ਜਾਂਦਾ। ਠੀਕ ਹੈ, ਇਹੀ ਆਪਾਂ ਤਰੀਕਾ ਇੱਥੇ ਅਪਲਾਈ ਕੀਤਾ। ਆਪਾਂ ਕਰ ਦੇਂਗੇ ਇੱਥੇ ਹੁਣ ਜਿਹੜੀ ਫਸਟ ਰੋ ਆ ਉਹਨੂੰ ਆਪਾਂ a ਨਾਲ ਮਲਟੀਪਲਾਈ ਕਰ ਦਿੰਦੇ ਹਾਂ। ਜੇ a ਨਾਲ ਮਲਟੀਪਲਾਈ ਅੰਦਰ ਕਰਾਂਗੇ ਅਤੇ ਬਾਹਰ ਸਾਨੂੰ a ਦੇ ਨਾਲ ਕਰਨਾ ਪਏਗਾ, ਇੱਥੇ ਡਿਵਾਈਡ ਕਰਨਾ ਪਏਗਾ, 1 ਇੱਥੇ a ਆ ਜਾਏਗਾ। ਠੀਕ ਹੈ, ਫਸਟ ਰੋ ਨੂੰ a ਨਾਲ ਕੀਤਾ, ਇੱਥੇ ਕਟਿੰਗ ਹੋ ਗਈ, 1 ਆ ਗਿਆ, ਇੱਥੇ a ਕਿਊਬ, ਇੱਥੇ ਸਾਡੇ ਕੋਲ ਆ ਜਾਏਗਾ a b ਅਤੇ c। ਸੈਕਿੰਡ ਸਾਡੇ ਕੋਲ ਰੋ ਨੂੰ b ਨਾਲ ਮਲਟੀਪਲਾਈ ਕਰਦੇ ਹਾਂ, ਬਾਹਰ b ਡਿਵਾਈਡ ਕਰ ਲਿਖਾਂਗੇ, ਇੱਥੇ 1 b ਸਕੁਅਰ, ਇੱਥੇ ਕੀ ਆ ਗਿਆ ਸਾਡੇ ਕੋਲ a b ਅਤੇ c। ਨੈਕਸਟ ਥਰਡ ਰੋ ਨੂੰ ਕਰਾਂਗੇ ਮਲਟੀਪਲਾਈ, ਇੱਥੇ 1 ਆ ਜਾਏਗਾ, ਇੱਥੇ c ਕਿਊਬ, ਇੱਥੇ ਕੀ ਆ ਜਾਏਗਾ a b ਅਤੇ c। ਸਾਡੇ ਕੋਲ ਦੇਖੋ ਥਰਡ ਜਿਹੜਾ ਕਾਲਮ ਹੈਗਾ ਉਹ 'ਚ ਸਾਰੀ ਵੈਲਿਊ ਸੇਮ ਆ ਗਈਆਂ। ਆਪਾਂ ਇਹਨੂੰ ਕੀ ਆ ਕਾਮਨ ਕੱਢ ਦੇਣੇ ਬਾਹਰ, a b c ਬਾਹਰ ਕਾਮਨ ਆ ਗਿਆ, ਇੱਕ ਔਰ ਡਿਵਾਈਡ ਹੁੰਦਾ ਪਿਆ ਸੀ, 1 1 1 ਫਸਟ ਕਾਲਮ, a ਕਿਊਬ ਸੌਰੀ ਅਤੇ b ਕਿਊਬ ਆਉਣਾ, b ਕਿਊਬ c ਕਿਊਬ, ਇਹ ਵੀ ਕੀ ਆ ਗਿਆ 1 1 ਅਤੇ 1। ਠੀਕ ਹੈ, ਇਹ ਵੀ ਸਾਡੇ ਵੈਲਿਊ ਦੇਖੋ ਇਹ 'ਚ ਆਪਾਂ a ਨਾਲ ਮਲਟੀਪਲਾਈ ਕੀਤਾ, ਦੈਨ b ਨਾਲ ਮਲਟੀਪਲਾਈ ਕੀਤਾ ਸਾਡੇ ਕੋਲ, ਦੈਨ ਆਪਾਂ c ਨਾਲ ਮਲਟੀਪਲਾਈ ਕਰਾਂਗੇ, ਫਿਰ ਲਾਸਟ ਸਾਡੇ ਕਾਲਮ ਸੀ abc ਬਾਹਰ ਕਾਮਨ ਕੱਢ ਲਿਆ, ਇੱਥੇ ਵੈਲਿਊ ਦੋਵੇਂ ਕੱਟ ਹੋ ਜਾਣਗੀਆਂ ਅਤੇ ਕਾਮਨ ਕੱਢਣ ਬਾਅਦ 1 1 1 ਆ ਗਿਆ। ਹੁਣ ਦੇਖੋ ਦੋ ਜੇ ਕਾਲਮ ਜਾਂ ਦੋ ਰੋ ਕਿਸੇ ਵੀ ਡਿਟਰਮੀਨੈਂਟ ਦੀਆਂ ਇਕੁਅਲ ਆ ਜਾਂਦੀਆਂ ਤਾਂ ਉਹਦਾ ਡਿਟਰਮੀਨੈਂਟ ਕਿਹਦੇ ਕੋਲ ਲਿਖ ਦਿੰਦੇ ਆਪਾਂ 0, ਇਟ ਮੀਨਸ ਇਹਦਾ ਡਿਟਰਮੀਨੈਂਟ ਕੀ ਆ ਗਿਆ 0। ਆਪਸ਼ਨ ਕਿਹੜੀ ਕਰੈਕਟ ਹੋਏਗੀ ਸਾਡੇ ਕੋਲ b। ਠੀਕ ਹੈ ਜੀ, ਨੈਕਸਟ ਐਗਜ਼ਾਮਪਲ ਦੇਖਦੇ ਜੀ। ਇਫ a transpose is equal to -a where a is a 3/3 order matrix and a dash denote transpose of a, then determinant of a is equal to। ਇੱਥੇ a ਦਾ ਡਿਟਰਮੀਨੈਂਟ ਫਾਈਂਡ ਕਰਨ ਵਾਸਤੇ ਕਿਹਾ, ਜਦੋਂ ਵੀ ਇਵੇਂ ਦਾ ਕੋਈ ਸਮਸ ਆਉਂਦਾ, ਜੋ ਹੁਣ ਚੀਜ਼ ਗਿਵਨ ਹੁੰਦੀ ਮੈਟ੍ਰਿਕਸ ਦੇ ਵਿੱਚ ਆਪਾਂ ਉਸੇ ਹੀ ਰਿਜ਼ਲਟ ਨੂੰ ਜਿਹੜਾ ਆ ਸੋਲਵ ਕਰਦੇ ਹਾਂ। ਇੱਥੇ ਆਪਾਂ ਸਾਡੇ ਕੋਲ ਗਿਵਨ ਹੈਗਾ a ਟਰਾਂਸਪੋਜ਼ ਇਜ਼ ਇਕੁਅਲ ਟੂ ਮਾਈਨਸ ਆਫ a। ਮੈਂ a ਦਾ ਡਿਟਰਮੀਨੈਂਟ ਫਾਈਂਡ ਕਰਨਾ ਆ ਅਤੇ ਕੀ ਕਰਦਾ ਦੋਨੋਂ ਪਾਸੇ ਮੈਂ ਡਿਟਰਮੀਨੈਂਟ ਜਿਹੜਾ ਆ ਉਹ ਅਪਲਾਈ ਕਰ ਦਿੰਦਾ ਆ। ਇੱਧਰ ਵੀ ਡਿਟਰਮੀਨੈਂਟ ਅਪਲਾਈ ਕਰਤਾ, ਇੱਧਰ ਵੀ ਡਿਟਰਮੀਨੈਂਟ ਜਿਹੜਾ ਆ ਅਪਲਾਈ ਕਰ ਦਿੰਦਾ। ਸਾਨੂੰ ਪਤਾ ਕਿ ਮੈਟ੍ਰਿਕਸ ਦਾ ਡਿਟਰਮੀਨੈਂਟ ਹੋਏ a ਦਾ ਜਾਂ ਉਹਦੇ ਟਰਾਂਸਪੋਜ਼ ਦਾ ਡਿਟਰਮੀਨੈਂਟ ਹੋਏ, ਦੋਨੋਂ ਜਿਹੜੀ ਵੈਲਿਊਜ਼ ਨੇ ਉਹ ਸੇਮ ਹੀ ਆਉਂਦੀਆਂ ਨੇ। ਇੱਥੇ ਮੈਂ ਇਹ ਰਿਜ਼ਲਟ ਜਿਹੜਾ ਯੂਜ਼ ਕਰਾਂਗਾ ਕਿ a ਦਾ ਟਰਾਂਸਪੋਜ਼ ਉਹਦਾ ਡਿਟਰਮੀਨੈਂਟ ਹੋਏ ਜਾਂ a ਦਾ, ਸੇਮ ਹੀ ਗੱਲ ਹੈ। ਮੈਂ a ਦੇ ਟਰਾਂਸਪੋਜ਼ ਦੇ ਡਿਟਰਮੀਨੈਂਟ ਜਗ੍ਹਾ 'ਤੇ a ਦਾ ਡਿਟਰਮੀਨੈਂਟ ਵੈਲਿਊ ਜਿਹੜੀ ਆ ਉਹ ਪੁੱਟ ਕਰ ਦੇਣਾ। ਨੈਕਸਟ ਇੱਥੇ ਮੈਂ ਰਿਜ਼ਲਟ ਯੂਜ਼ ਕਰਾਂਗਾ k ਇੰਟੂ a ਦਾ ਡਿਟਰਮੀਨੈਂਟ ਕਿਹਦੇ ਇਕੁਅਲ ਹੁੰਦਾ k ਪਾਵਰ n ਇੰਟੂ a ਡਿਟਰਮੀਨੈਂਟ, n ਸਾਡੇ ਕੋਲ ਹੁੰਦਾ ਹੈ ਆਰਡਰ। ਠੀਕ ਹੈ, ਇੱਥੇ -1 ਮਲਟੀਪਲਾਈ ਹੋ ਰਿਹਾ, ਇਹ ਆ ਜਾਏਗਾ -1 ਦੀ ਪਾਵਰ, ਇੱਥੇ ਆਰਡਰ ਕਿੰਨਾ ਹੈਗਾ ਸਾਡੇ ਕੋਲ 3, -1 ਦੀ ਪਾਵਰ 3 ਇੰਟੂ a ਦਾ ਡਿਟਰਮੀਨੈਂਟ। ਠੀਕ ਹੈ, ਇਹ ਆ ਗਿਆ a ਡਿਟਰਮੀਨੈਂਟ ਇਜ਼ ਇਕੁਅਲ ਟੂ ਮਾਈਨਸ ਆਫ a ਡਿਟਰਮੀਨੈਂਟ, ਇੱਧਰ ਆ ਕੇ ਪਲੱਸ ਹੋਏਗਾ 2 ਟਾਈਮ a ਡਿਟਰਮੀਨੈਂਟ ਇਜ਼ ਇਕੁਅਲ ਟੂ 0 ਐਂਡ a ਡਿਟਰਮੀਨੈਂਟ ਇਜ਼ ਇਕੁਅਲ ਟੂ ਕੀ ਆ ਸਾਡੇ ਕੋਲ 0 ਦੇ। ਸਾਡੀ ਕਰੈਕਟ ਆਪਸ਼ਨ ਕੀ ਹੋਏਗੀ b। ਨੈਕਸਟ ਸਮ ਜੀ, ਇਫ a ਇਜ਼ ਅ ਸਿੰਗੂਲਰ ਮੈਟ੍ਰਿਕਸ ਐਂਡ ਐਡਜੋਇੰਟ ਆਫ a ਸਿੰਗੂਲਰ ਹੋਏਗੀ, ਨੌਨ ਸਿੰਗੂਲਰ ਸਿਮੈਟ੍ਰਿਕ ਨਾਲ ਮੈਟ੍ਰਿਕਸ। ਇਹ ਬੱਚੇ ਸਾਡੇ ਕੋਲ ਗਿਵਨ ਹੈਗੀ ਆ ਸਿੰਗੂਲਰ ਮੈਟ੍ਰਿਕਸ। ਅਗਰ ਫਰੈਂਡਸ ਇਹ ਸਿੰਗੂਲਰ ਮੈਟ੍ਰਿਕਸ ਹੈ ਦੈਨ ਕੀ ਹੋਏਗਾ ਰਿਜ਼ਲਟ ਸਾਡੇ ਕੋਲ ਕਿ a ਡਿਟਰਮੀਨੈਂਟ ਕਿਹਦੇ ਕੋਲ ਹੋਏਗਾ 0 ਦੇ। ਠੀਕ ਹੈ, ਐਡਜੋਇੰਟ ਆਫ a ਫਾਈਂਡ ਕਰਨਾ, ਐਡਜੋਇੰਟ ਆਫ a ਸਾਡੇ ਕੋਲ ਕੀ ਹੋਏਗਾ ਸਿੰਗੂਲਰ ਹੋਏਗਾ, ਨੌਨ ਸਿੰਗੂਲਰ ਆਪਾਂ ਹੀ ਕਰਦੇ ਹਾਂ। ਐਡਜੋਇੰਟ ਆਫ a ਦਾ ਡਿਟਰਮੀਨੈਂਟ ਜਿਹੜਾ ਆ ਉਹਦਾ ਰਿਜ਼ਲਟ ਸਾਡੇ ਕੋਲ a ਡਿਟਰਮੀਨੈਂਟ ਨਾਲ ਹੁੰਦਾ, ਉਹ ਆਪਾਂ ਵੈਲਿਊ ਲੈ ਲੈਂਦੇ ਹਾਂ। ਐਡਜੋਇੰਟ ਆਫ a ਡਿਟਰਮੀਨੈਂਟ ਹੁੰਦਾ ਸਾਡੇ ਕੋਲ a ਡਿਟਰਮੀਨੈਂਟ ਦੀ ਪਾਵਰ n-1, n-1 ਸਾਡੇ ਕੋਲ ਕੀ ਹੁੰਦਾ n ਅਤੇ ਆਰਡਰ ਆ, ਇਹ ਰਿਜ਼ਲਟ ਹੁੰਦਾ ਐਡਜੋਇੰਟ ਆਫ a ਦਾ ਡਿਟਰਮੀਨੈਂਟ ਦਾ a ਡਿਟਰਮੀਨੈਂਟ ਦੇ ਨਾਲ। ਠੀਕ ਹੈ, ਇਸੇ ਰਿਜ਼ਲਟ ਨੂੰ ਆਪਾਂ ਯੂਜ਼ ਕਰਾਂਗੇ। ਦੈਨ ਐਡਜੋਇੰਟ ਆਫ a ਡਿਟਰਮੀਨੈਂਟ ਇਜ਼ ਇਕੁਅਲ ਟੂ, ਸਾਨੂੰ ਵੈਲਿਊ ਗਿਵਨ ਕੀ ਹੈਗੀ a ਡਿਟਰਮੀਨੈਂਟ ਦੀ 0, ਇੱਥੇ 0 ਪੁੱਟ ਕਰ ਦਾਂਗੇ, 0 ਪਾਵਰ n-1 ਦੈਨ
एडजॉइंट ऑफ ए का डिटरमिनेंट की आ गया साडे कोल 0 दे। जे किसी भी मैट्रिक्स का डिटरमिनेंट 0 होंदा है तो उन्होंने आप की कहने हैं सिंगुलर मैट्रिक्स कहने हैं। जे साडे कोल ए तो सिंगुलर है दैन एडजॉइंट ऑफ ए भी की होएगी सिंगुलर। यदि राइट ऑप्शन की होएगी ऑप्शन ए सिंगुलर मैट्रिक्स। नेक्स्ट है जी दी रैंक ऑफ द मैट्रिक्स ए इज़ इक्वल टू दिस। ए साढ़े को इतने 3/3 ऑर्डर की मैट्रिक्स दी हुई है रैंक फाइंड करने हैं। सू पता रैंक फाइंड करने साढ़े को वेज एक एक्लन फॉर्म में भी फाइंड करते हैं डिटरमिनेंट सॉल्व करके भी फाइंड करते हैं। जी तो 3/3 ऑर्डर मैट्रिक्स है फिर तो डिटरमिनेंट फाइंड करके सॉल्व चाहे कर लो तो भी वधिया है ठीक है, या एक्लन फॉर्म में सॉल्व कर लो। हम देखिए साढ़े को इतने 3/3 ऑर्डर मैट्रिक्स है यदा रैंक की होएगा। सब तो पहले आप डिटरमिनेंट सॉल्व करते हैं। जे 3/3 ऑर्डर मैट्रिक्स गिवन है यदा डिटरमिनेंट नॉट इक्वल टू 0 आ गया इट मीनस फिर रैंक ही होएगा 3। जे डिटरमिनेंट 0 के इक्वल आ जाता है फिर आप कोई 2/2 ऑर्डर मैट्रिक्स देखनी है कि जिसका डिटरमिनेंट जोड़ा ये नॉन 0 आ जाए। जो नॉन 0 आ गया इट मीनस रैंक 2 आ जाए। फिर भी 2/2 ऑर्डर मैट्रिक्स का जोड़ा डिटरमिनेंट वो भी 0 आता है दैन साडा फिर रैंक इतने की होएगा 1 होएगा। बट आप देखते हैं चलो इतने हम इदा डिटरमिनेंट सॉल्व करते हैं डिटरमिनेंट की हेल्प नाल सॉल्व करते हैं। ए डिटरमिनेंट साडे कोल आएगा इतने फस्ट रो नाल एक्सपेंड कर देने 1 इंटू 1 -4 -2 कैंसल 2 -4 +2 4 -2 साडा होगा 1 -4 -3 -3 2 -4 -2 माइनस माइनस प्लस हो जाएगा +4 4 -2 आ गया इक्वल टू 2 2 ज़ा 4 4 + 4 8 8 माइनस क्या आ गया साढ़े को 5 आ गया नॉट इक्वल टू 0। इतने साढ़े को डिटरमिनेंट नॉट इक्वल टू 0 आया इट मीनस इसका रैंक ही होएगा फिर सी ऑप्शन 3 रैंक होएगा। नेक्स्ट क्वेश्चन देखते हैं। देखो इक्वेशंस गिवन सानू इतने 2x + y = 4 3x + 2y = 2 x + y = -2 हैव 3 इक्वेशन सानू गिवन इतने लीनियर इक्वेशन 2 वेरीएबल दे विच ते कहंदे कि इन्हां इक्वेशन के की होणगे नो सोल्यूशन कॉमन 1 सोल्यूशन 2 सोल्यूशन या इनफाइनाइटली मैनी सोल्यूशन कॉमन होंगे। वैसे जे तुहाडे कोल लीनियर इक्वेशन 3 वेरीएबल च होंदे ते डिटरमिनेंट की हेल्प नाल भी आपां इहनूं सॉल्व करना सी। बट इत्थे चलो साडे कोल 2 वेरीएबल्स ने इहनूं डायरैक्ट आपां सॉल्व कर सकते हैं अपने 2 इक्वेशन को सॉल्व करके दोवां दा कॉमन सोल्यूशन फाइंड कर लेने तो वो चैक करते हैं कि थर्ड का भी कॉमन सोल्यूशन है कि नहीं। जो थर्ड का भी कॉमन होएगा इट मीनस ये 1 सोल्यूशन कॉमन आ जाएगा ठीक है। जो थर्ड का कॉमन नहीं आया नो सोल्यूशन कॉमन 2 सोल्यूशन के भी या फिर इनफाइनाइटली मैनी सोल्यूशन के सपोज साडे कोल इत्थे बहुत सारे सोल्यूशन जिहड़े कॉमन आ रहे हैं तो डिटरमिनेंट की हेल्प नाल किवें देखते हैं। आप पहला फस्ट 2 इक्वेशन जिहड़ियां ने उन्हां तो डिटरमिनेंट जिहड़ा वो सॉल्व कर लेने ठीक है। इत्थे साडे कोल 2x + y = 4 तो 3x + 2y = 2 इन्हां दोनों नूं लैफ्ट हैंड साइड आप डिटरमिनेंट जिहड़ा कन्वर्ट कर लेने इतों साडे कोल आ जाएगा मैट्रिक्स आ जाएगी साडे कोल 2 1 3 ते 2 इनू पलट कर लेने कोई ए मैट्रिक्स दैन इसका डिटरमिनेंट फाइंड करते हैं आ जाएगा 4 - 3 = 1 नॉट इक्वल टू 0 इट मीनस इन्हां दोनों इक्वेशन के जिहड़ा वो एक सोल्यूशन कॉमन होएगा। हुण आपां कोई थर्ड इक्वेशन हैगी वो भी आप डिटरमिनेंट जिहड़ा सॉल्व कर लेने मतलब साडे कोल इक्वेशन मान लेने एक फस्ट मान लेने 2x + y = 4 नैक्सट मान लेने x + y = -2 इतों आप डिटरमिनेंट लै लो लैफ्ट हैंड साइड जी इक्वेशन है साडे कोल 2 1 1 ते 1 तो यदा डिटरमिनेंट सॉल्व करेंगे साडे कोल की आ जाएगा 2 - 1 दैट इज़ 1 नॉट इक्वल टू 0 इट मीनस फस्ट 2 इक्वेशन के विचकार भी देखा जाए एक सोल्यूशन कॉमन हैगा ठीक है। तो फस्ट तो थर्ड इक्वेशन में भी एक सोल्यूशन कॉमन है। इदा जो आप सैकेंड तो थर्ड इक्वेशन नाल भी डिटरमिनेंट सॉल्व करेंगे तो भी साडा नॉट इक्वल टू 0 आएगा। इसका मतलब ये कि सारी इक्वेशन जिहड़ियां ने उन्हां दे विच एक सोल्यूशन कॉमन हैगा। जे डिटरमिनेंट इक्वल टू 0 आउंदा दैन आप कह सकते सी जां नो सोल्यूशन है जां फिर इनफाइनाइटली की आ मैनी सोल्यूशन इन्हां विचकार कॉमन हैगी है। बट डिटरमिनेंट नॉट इक्वल टू 0 आ रहा है इट मीनस इस केस दे विच इत्थे 1 सोल्यूशन जिहड़ा वही ठीक होएगा। ये समझ डिटरमिनेंट की बजाय सिंपल इक्वेशन सॉल्व करके भी कर सकते जी। इन्होंने दोनों सॉल्व करके एक्स ते वाई की कॉमन वैल्यू फाइंड कर लो उन्होंने इत्थे सबस्टिट्यूट करो कि ये इक्वेशन ट्रू आती कि नहीं। जे ट्रू आ गई इट मीनस तिना इक्वेशन जिहड़ियां ने उन्होंने एक सोल्यूशन कॉमन है। जे ट्रू नहीं आता तो हो सकता फिर उस केस के नो सोल्यूशन होए या फिर इनफाइनाइटली मैनी सोल्यूशन होए। डिटरमिनेंट है तुहानूं सॉल्व मैं करवा दिता इस तरीके नाल तुसीं कर सकते जी। नैक्सट हम देखते नेक्स्ट हम जी दी वैल्यू ऑफ डिटरमिनेंट
2/2 ऑर्डर मैट्रिक्स का डिटरमिनेंट सॉल्व करने वास्ते क्या कि ये वैल्यू की आ गई, आप सिंपली डिटरमिनेंट को सॉल्व कर लेने। इतने को डिटरमिनेंट क्या आएगा, लिखते हैं पहले इतने सीकेंट एक्स tan x सीकेंट एक्स डिटरमिनेंट सॉल्व करो, ये आएगा सीकेंट स्क्वेयर एक्स माइनस tan स्क्वेयर एक्स। ये साढ़े कोल यूनिटी किहदे कोल हुंदी है डायरैक्टली 1 दे राइट ऑप्शन की साढ़े कोल बी दैट इज़ 1। नेक्स्ट हम देखते हैं। नेक्स्ट है जी इफ ए साढ़े को सैट गिवन है 1 2 3 4 5 एलीमेंट है, बी सैट गिवन है 2 3 6 7 एलीमेंट है, दैन नंबर ऑफ एलीमेंट्स इन ए क्रॉस बी इंटरसैक्शन बी क्रॉस ए इज़ इक्वल टू। ठीक है, ए क्रॉस बी तो बी क्रॉस ए विचकार देखना कि साढ़े कोल जिहड़े किन्ने एलीमेंट जिहड़े आ वो कॉमन हैगे आ। हुण वैसे इहनूं जे ए क्रॉस बी आपां सॉल्व करते हैं तो ए क्रॉस बी दे विच टोटल साढ़े कोल किन्ने एलीमेंट होणगे, ए तो बी की कार्टीजन प्रोडक्ट लवांगे तो किहदे इक्वल हुंदी है, नंबर एलीमेंट की होंगे जिन्हें ए दे मल्टीप्लाई जिन्हें साढ़े कोल बी दे आउणगे। इत्थे 5 एलीमेंट ने, इत्थे 4 ने, तो 5 4 किन्ने होणगे 20 एलीमेंट ए क्रॉस बी विच आउणगे, तो बी क्रॉस ए विच किन्ने आउणगे 4 5 20 बी क्रॉस ए। बट कॉमन किहड़े आउणगे साढ़े कोल वो देखने आपां। तो उहदा एक छोटा जिहा ट्रिक ये हैगा कि दोनों में देख लो कि एलीमेंट कॉमन है किन्ने आ। इत्थे देखो एलीमेंट किहड़े ने 1 2 3 4 5 2 3 6 7 कॉमन किहड़े ने 2 3 2 3 बस यही दो एलीमेंट जिहड़े दोनों सैट विच कॉमन हैगे आ। दैन जे मैं ए क्रॉस बी करांगा तो 2 दी 2 नाल कार्टीजन, 2 दी 3 नाल, 3 दी 2 ते 3 दी 3 नाल ए क्रॉस बी विच भी होएगी तो बी क्रॉस ए विच भी होएगी। बाकी कोई भी ए क्रॉस बी तो बी क्रॉस ए जिहड़ा आ ਉਹਦੇ एलीमेंट्स ਜਿਹੜੇ ਨੇ ਉਹ ਕਾਮਨ ਨਹੀਂ ਆਉਣਗੇ। ਇਸ ਕਰਕੇ ਜਿਵੇਂ ਇਹਨਾਂ ਕੋ ਸਮ ਆਉਂਦਾ ਇਹ ਦੇਖ ਲਓ ਕਿ ਦੋ ਸਾਡੇ ਕੋਲ ਜਿਹੜੇ ਸੈੱਟ ਨੇ ਉਹਨਾਂ ਵਿੱਚ ਐਲੀਮੈਂਟ ਕਿੰਨੇ ਕਾਮਨ ਆ। ਜਿੰਨੇ ਐਲੀਮੈਂਟ ਕਾਮਨ ਹੋ ਗਏ ਦੋਨਾਂ ਨੂੰ ਮਲਟੀਪਲਾਈ ਕਰ ਲਓ ਤਾਂ ਉਹਨੇ ਸਾਡੇ ਕੋਲ ਐਲੀਮੈਂਟ ਜਿਹੜੇ ਆ ਉਹ ਦੋਨਾਂ ਦੇ ਕਾਰਟੀਜ਼ਨ ਪ੍ਰੋਡਕਟ ਦੇ ਵਿੱਚ ਵੀ ਕਾਮਨ ਆਉਣਗੇ। ਇੱਥੇ A क्रॉस B ਤੇ B क्रॉस A ਵਿੱਚ ਦੋ ਇੱਧਰ ਦੋ ਐਲੀਮੈਂਟ ਕਾਮਨ ਹੈਗੇ ਤੇ ਟੋਟਲ ਫਿਰ ਕਿੰਨੇ ਐਲੀਮੈਂਟ ਕਾਮਨ ਆਉਣਗੇ, ਇੱਥੇ 4 ਐਲੀਮੈਂਟ ਜਿਹੜੇ ਆ ਉਹ ਕਾਮਨ ਆ ਜਾਣਗੇ। ਕਿਉਂਕਿ ਸਾਡੇ ਕੋਲ ਸਿਰਫ ਜੇ A क्रॉस B ਦੀ ਗੱਲ ਕਰੀਏ ਇਹਦੇ ਵਿੱਚ ਜਿਹੜੀ ਵੈਲੀ ਕਾਮਨ ਆਉਣੀ ਹੋਗੀ ਆਉਣੀ ਸਾਡੇ ਕੋਲ एक 2 2 2 3 3 2 ਤੇ 3 3 ਇਹ A क्रॉस B ਸਾਡੇ ਕੋਲ ਹੋਰ ਵੀ ਐਲੀਮੈਂਟਸ ਆਉਣਗੇ। ਮੈਂ 4 ਐਲੀਮੈਂਟ ਲਿਖੇ ਜਿਹੜੇ ਕਾਮਨ ਆ ਇਹ A क्रॉस B ਵਿੱਚ ਵੀ ਆਉਣੇ ਆ ਤੇ B क्रॉस A ਵਿੱਚ ਵੀ ਆਉਣੇ ਆ। ਬਾਕੀ ਕੋਈ ਵੀ ਐਲੀਮੈਂਟ ਜਿਹੜੇ ਆ ਉਹ ਕਾਮਨ ਨਹੀਂ ਆਉਣਗੇ। ਇਸ ਕਰਕੇ ਸਾਡਾ ਕਰੈਕਟ ਆਨਸਰ ਹੈਗਾ ਦੈਟ ਇਜ਼ 4 ਐਲੀਮੈਂਟ। ਠੀਕ ਹੈ, ਨੈਕਸਟ ਸਮ ਦੇਖੀਏ। ਨੈਕਸਟ ਸਮ ਜੀ A ਸਾਡੇ ਕੋਲ ਸੈਟ ਗਿਵਨ ਹੈਗਾ ਉਹ ਐਲੀਮੈਂਟ x ਟਾਈਪ ਨੇ। ਐਲੀਮੈਂਟ ਕਿਹੜੇ ਨੇ x² - 1 = 0 ਉਹ ਸਾਰੇ x ਵੈਲਿਊ ਜਿਹੜੀ ਇਸ ਇਕੁਏਸ਼ਨ ਸੈਟੀਸਫਾਈ ਕਰਦੀਆਂ ਨੇ। B ਸਾਡੇ ਕੋਲ ਸੈਟ ਹੈਗਾ ਉਹ ਐਲੀਮੈਂਟ x ਟਾਈਪ ਨੇ ਤੇ ਐਲੀਮੈਂਟ ਕਿਵੇਂ ਜਿਹੜੇ ਇਸ ਇਕੁਏਸ਼ਨ ਨੂੰ ਸੈਟੀਸਫਾਈ ਕਰਦੇ ਨੇ। ਤੇ ਇਹ ਦੇਖਣਾ ਕਿ ਇਹਨਾਂ ਸਾਰਿਆਂ ਦੇ ਵਿੱਚੋਂ ਕਿਹੜਾ ਰਿਜ਼ਲਟ ਜਿਹੜਾ ਟਰੂ ਹੁੰਦਾ। ਉਸ ਤੋਂ ਪਹਿਲਾਂ ਸਾਨੂੰ ਪਤਾ ਹੋਣਾ ਚਾਹੀਦਾ ਕਿ A ਤੇ B ਜਿਹੜਾ ਆ ਉਹਦੇ ਐਲੀਮੈਂਟਸ ਕਿਹੜੇ ਆਪਾਂ A ਤੇ B ਦੇ ਸਾਡੇ ਐਲੀਮੈਂਟ ਜਿਹੜੇ ਉਹ ਫਾਈਂਡ ਕਰ ਲੈਣੇ ਆ। A ਦੇ ਐਲੀਮੈਂਟ ਸਾਡੇ ਕੋਲ ਇਸ ਇਕੁਏਸ਼ਨ ਨੂੰ ਸੋਲਵ ਕਰਕੇ ਆਉਣਗੇ। x² - 1 = 0 ਸੋਲਵ ਕਰਦੇ ਹਾਂ, x² = 1 ਤੇ x ਸਾਡੇ ਕੋਲ ਆ ਗਿਆ +-1 ਤੇ A ਸਾਡਾ ਜਿਹੜਾ ਸੈੱਟ ਆ ਉਹਦੇ ਐਲੀਮੈਂਟ ਕੀ ਆ ਗਏ, ਇੱਕ 1 ਆ ਗਿਆ ਤੇ ਇੱਕ -1 ਆ ਗਿਆ। ਨੈਕਸਟ ਇਸ ਇਕੁਏਸ਼ਨ ਨੂੰ ਸੋਲਵ ਕਰੀਏ 2x + 1 = 0 x² - x - x + 1 ਸਪਲਿਟਿੰਗ ਮਲਟੀਪਲਾਈ ਕਰਦੇ ਹਾਂ ਆਪਾਂ ਇੱਥੇ x ਕਾਮਨ x - 1 -1 x - 1 = 0 दैन इतने दो इक्वेशन आ गई x - 1 तो x - 1 = 0 तो x की वैल्यू दोवें की आ गई साढ़े को इतने 1 तो 1 तो आप कह सकते हैं इतने B सैट आ क्योंकि सैट में आप एक एलीमेंट एक बार लिखना होंगे। साढ़े को B सैट एलीमेंट क्या आ गया 1 आ गया। ठीक है, इधर A सैट साढ़े को 1 - 1 आ रहा, B सैट अगला एलीमेंट 1 आ रहा। देखते हैं हम कि ऑप्शन करैक्ट होंगी है। A इंटरसैक्शन B = A जे A तो B इंटरसैक्शन करते हैं कि वो ए दे कोल आउंदा नहीं क्योंकि इंटरसैक्शन में कॉमन एलीमेंट 1 आ रहा है तो 1 एलीमेंट कला कि है B सैट इंटरसैक्शन B कोल आएगी A तो गलत हो गया। A यूनियन B = 5 नहीं जी, A तो B दोवें नॉन एम्प्टी सैट ने, यूनियन जी 5 नहीं हो सकती, ये भी नहीं करैक्ट। इंटरसैक्शन 5 नहीं, ये भी साढ़े कोल गलत है। इंटरसैक्शन जी आप करते दोनों की तो 5 के इक्वल नहीं क्योंकि 1 एलीमेंट कॉमन आ रहा। लास्ट ऑप्शन है A यूनियन B = A दोनों की यूनियन करते हैं तो दोनों के जो एलीमेंट्स इकट्ठे करके लिखांगे तो B का एलीमेंट ए ऑलरेडी हैगा तो एक एलीमेंट ਇਹਦਾ ਵੱਧ ਹੀ ਹੈ। ਇਸ ਕਰਕੇ यूनियन करांगे ਸਾਡੇ ਕੋਲ यूनियन ਕਿਹਦੇ ਕੋਲ ਆ ਜਾਏਗੀ A ਦੇ, ਇਹਦੀ ਕਰੈਕਟ ਆਪਸ਼ਨ ਹੋਏਗੀ ਸਾਡੇ ਕੋਲ D ऑप्शन। ठीक है फ्रेंड्स, अगर वीडियो पसंद आई होए तो इनू लाइक करना, शेयर करना तो चैनल ਨੂੰ सबसक्राइब करना। इस तो बाद नैक्सट होर भी क्वेश्चन ਜਿਹੜੇ ਹੈਗੇ ਨੇ इस पेपर ਦੇ ਆਪਾਂ सॉल्व करके ਤੁਹਾਡੇ सामने लेके आवांगे। थैंक यू।